ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਸਾਧੂ ਦਇਆਨੰਦ ਤੇ ਮੇਰਾ ਸੰਵਾਦ ਭਾਗ ਪੰਜਵਾਂ। ਦੋਹਰਾ। ਹੁਣ ਈਸ਼ਵਰ ਦੇ ਗਿਆਨ ਦਾ ਪੁੱਛਦਾ ਹਾਂ ਬਿਰਤਾਂਤ, ਜਿਸ ਤੇ ਪ੍ਰਗਟ ਹੋਏਗਾ ਸੁਆਮੀ ਦਾ ਸਿਧਾਂਤ। ਕਹੋ ਗਿਆਨ ਉਹ ਨਿਤ ਹੈ ਜਾਂ ਹੈ ਸੋਏ ਅਨਿਤ, ਪੁਨ ਈਸ਼ਵਰ ਹੈ ਸਦਾ ਹੀ ਹੋਤ ਗਿਆਨ ਜੇ ਚਿਤ। ਭਾਵ ਦੂਸਰਾ ਪੱਖ ਜੋ ਸੁਆਮੀ ਜੀ ਦਾ ਇਹ ਹੈ ਕਿ ਵੇਦ ਈਸ਼ਵਰ ਦਾ ਗਿਆਨ ਹੈ ਜੋ ਚਾਰਾਂ ਰਖੀਆਂ ਨੂੰ ਹੋਇਆ ਸਾ। ਇਸ ਪਰ ਮੈਂ ਇਹ ਪ੍ਰਸ਼ਨ ਕਰਦਾ ਹਾਂ ਕਿ ਉਹ ਗਿਆਨ ਜਦ ਚਾਰੇ ਰਖੀਆਂ ਪਰ ਹੋਇਆ ਸਾ ਤਦ ਕੋਈ ਹੋਰ ਆਦਮੀ ਵੀ ਉਸ ਵੇਲੇ ਸਨ ਜਾਂ ਉਹ ਚਾਰੇ ਹੀ ਆਦਮੀ ਸੀ। ਇਸ ਦਾ ਉੱਤਰ ਪ੍ਰਸ਼ਨ ਇਸ ਤਰ੍ਹਾਂ ਹੋਇਆ। ਉੱਤਰ ਹਾਂ, ਔਰ ਆਦਮੀ ਵੀ ਬਹੁਤ ਸੇ। ਪ੍ਰਸ਼ਨ ਫਿਰ ਇਹ ਕਿਆ ਕਾਰਨ ਹੈ ਜੋ ਉਹਨਾਂ ਚਾਰਾਂ ਪਰ ਹੀ ਈਸ਼ਵਰ ਦਾ ਗਿਆਨ ਉਤਰਿਆ ਅਤੇ ਬਾਕੀ ਦਿਆਂ ਪਰ ਨਾ ਪ੍ਰਗਟ ਹੋਇਆ। उत्तर ईश्वर के ज्ञान का प्रतिबिंब शुद्ध अंतःकरण में भासता है, जैसे कि शुद्ध जल में सूरज का प्रतिबिंब भासता है। जिस प्रकार मलन जल में सूरज का प्रतिबिंब नहीं भासता, इसी प्रकार मलन अंतःकरण में ईश्वर का ज्ञान प्रकाशित नहीं होता। इसलिए उन चारे ऋषियों के हृदय शुद्ध थे जिन विखे ईश्वर के ज्ञान का प्रतिबिंब पड़ गया, परंतु और लोगों के हृदय शुद्ध नहीं थे जिससे ना पड़ा। प्रश्न स्वामी जी विचार के दसन कि ईश्वर अते उसका ज्ञान अल्पज्ञ है या सर्वज्ञ है। इस प्रकार ये भी कथन करन कि वो ज्ञान अते ईश्वर नित हन या अनित। उत्तर ईश्वर और उसका ज्ञान नित्य है, अनित्य नहीं है। इसी प्रकार वह ईश्वर भी नित्य है। प्रश्न जे उस ईश्वर दे ज्ञान ਦਾ ਸੂਰਜ ਦੇ ਪ੍ਰਕਾਸ਼ ਵਾਂਗ ਬੁੱਧ ਵਿੱਚ ਪ੍ਰਤੀਬਿੰਬ ਦੀ ਨਿਆਈ ਪ੍ਰਕਾਸ਼ਿਤ ਹੋਣ ਦਾ ਸੁਭਾਵਕ ਧਰਮ ਹੈ, ਤਾਂ ਉਸ ਵੇਲੇ ਉਹ ਹੋਰਨਾਂ ਪੁਰਖਾਂ ਦੇ ਅੰਤःਕਰਣ ਵਿੱਚ ਪ੍ਰਕਾਸ਼ਿਤ ਕਿਉਂ ਨਾ ਹੋਇਆ ਔਰ ਉਹਨਾਂ ਹੀ ਚਾਰਾਂ ਦੇ ਅੰਤःਕਰਣ ਵਿੱਚ ਕਿਉਂ ਹੋਇਆ। ਫਿਰ ਉਹ ਈਸ਼ਵਰ ਅਤੇ ਉਸ ਦਾ ਗਿਆਨ ਇਸ ਵੇਲੇ ਵੀ ਹੈ। ਇਸ ਵਾਸਤੇ ਅੱਜ ਕੱਲ ਬਿਨਾਂ ਪੜ੍ਹਾਏ ਤੇ ਇਹ ਵੇਦ ਦੇ ਮੰਤਰ ਹਰ ਇੱਕ ਆਦਮੀ ਨੂੰ ਕਿਉਂ ਨਹੀਂ ਆ ਜਾਂਦੇ, ਕਿਉਂਕਿ ਇਹ ਨਿਯਮ ਹੈ ਕਿ ਜਿੱਥੇ ਜਲ ਹੋਵੇਗਾ ਉੱਥੇ ਸੂਰਜ ਦਾ ਪ੍ਰਤੀਬਿੰਬ ਜ਼ਰੂਰ ਪਏਗਾ। ਇਸੇ ਤਰ੍ਹਾਂ ਜਿਸ ਜਗ੍ਹਾ ਅੰਤःਕਰਣ ਮੈਂ ਹੈ उस जगह ईश्वर का ज्ञान भी अवश्य होना योग है, जिस ते हर एक पुरख नूं बिना ही पढ़ाए ते वेद आए जाने चाहिए हैं। फिर ये क्यों नहीं आउंदे। उत्तर जिस प्रकार शुद्ध जल विच सूरज का प्रतिबिंब भासदा है अते मलन विच नहीं दिसदा, इसे प्रकार जिन्हां पुरखां दी बुद्ध रूप जल सत्तो गुण आदिक सत गुणा करके शुद्ध होवे, उस विच ईश्वर दे ज्ञान दा प्रकाश हुंदा है। परंतु जिस प्रकार मलन जल विच सूरज दा आभास नहीं पैंदा, इसे प्रकार रजो तमो करके मलन अंतःकरण विच ईश्वर दा ज्ञान नहीं भासदा, जिस ते होरना मनुखां दे हृदय उस समय शुद्ध नहीं से, तां ते ईश्वर दे ज्ञान दा आभास ना पिया, परंतु ਉਹਨਾਂ ਚਾਰੇ ਰਿਖੀਆਂ ਦੇ ਹਿਰਦੇ ਸ਼ੁੱਧ ਸਨ। ਇਸੀ ਵਾਸਤੇ ਉਹਨਾਂ ਵਿੱਚ ਹੀ ਈਸ਼ਵਰ ਦਾ ਗਿਆਨ ਜੋ ਵੇਦ ਹੈ ਸੋ ਪ੍ਰਕਾਸ਼ਿਤ ਹੋਇਆ। ਪ੍ਰਸ਼ਨ ਭਲਾ ਸੁਆਮੀ ਆਪ ਇਹ ਕਹਿ ਸਕਦੇ ਹੋ ਕਿ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਕੋਈ ਰਿਖੀ ਮੁਨੀ ਸੰਤ ਮਹਾਤਮਾ ਅਤੇ ਪੰਡਿਤ ਨਹੀਂ ਹੋਇਆ ਜਿਸ ਦਾ ਹਿਰਦਾ ਸ਼ੁੱਧ ਹੋਵੇ, ਜਾਂ ਕਿਆ ਆਪ ਕਹਿ ਸਕਦੇ ਹੋ ਕਿ ਜਦ ਤੇ ਸ੍ਰਿਸ਼ਟੀ ਬਣੀ ਹੈ ਤਦ ਤੇ ਸਾਰੇ ਦੇ ਸਾਰੇ ਪੁਰਖ ਅਪ੍ਰੇਸ਼ਟ ਬੁੱਧ ਹੀ ਚਲੇ ਆਏ ਹਨ। ਉੱਤਰ ਅਸੀਂ ਕਦ ਕਿਹਾ ਹੈ
ਕਿ ਸਾਰੇ ਲੋਕ ਮੰਦਬੁੱਧ ਚਲੇ ਆਏ ਹਨ, ਕਿੰਤੂ ਬਹੁਤ ਸਾਰੇ ਮਹਾਤਮਾ ਸੰਸਾਰ ਵਿੱਚ ਹੋਏ ਅਰ ਹਨ ਅਤੇ ਹੋਣਗੇ, ਜਿਨ੍ਹਾਂ ਦੇ ਹਿਰਦੇ ਸਵੱਛ ਹਨ। ਇਸ ਲਈ ਸਾਰੇ ਕਦੇ ਵੀ ਮੰਦਬੁੱਧ ਨਹੀਂ ਹੋ ਸਕਦੇ। ਪ੍ਰਸ਼ਨ, ਆਪਦੇ ਕਥਨ ਤੇ ਤਾਂ ਹੁਣ ਇਹ ਸਿੱਧ ਹੋ ਗਿਆ ਹੈ ਕਿ ਜਿਸ ਤਰ੍ਹਾਂ ਉਸ ਸਮੇਂ ਵਿੱਚ ਸ਼ੁੱਧ ਅੰਤఃਕਰਣ ਵਾਲੇ ਪੁਰਖ ਸੇ, ਇਸ ਪ੍ਰਕਾਰ ਅੱਜ ਕੱਲ੍ਹ ਵੀ ਹਨ ਔਰ ਅੱਗੇ ਵੀ ਹੋਣਗੇ। ਤਾਂ ਇਸ ਪਰ ਮੈਂ ਇਹੋ ਪੁੱਛਦਾ ਹਾਂ ਕਿ ਜੇ ਉਸ ਵੇਲੇ ਹੋਰ ਪੁਰਖ ਵੀ ਮਲਣ ਬੁੱਧ ਨਹੀਂ ਸੇ, ਤਾਂ ਉਹਨਾਂ ਦੇ ਹਿਰਦੇ ਵਿੱਚ ਉਸ ਵਿਆਪਕ ਨਿਤ ਸਰੂਪ ਈਸ਼ਵਰ ਦਾ ਆਭਾਸ ਵੇਦ ਕਿਉਂ ਨਾ ਪਿਆ? ਔਰ ਉਹਨਾਂ ਪੁਰਖਾਂ ਨੂੰ ਵੀ ਚਾਰੇ ਰਿਖੀਆਂ ਵਾਂਗੂ ਸ਼ੁੱਧ ਹਿਰਦਾ ਹੋਣ ਦੇ ਕਾਰਨ ਬਿਨਾਂ ਪੜ੍ਹਾਏ ਤੇ ਚਾਰੇ ਵੇਦ ਕਿਉਂ ਨਾ ਆ ਗਏ? ਔਰ ਅੱਜ ਕੱਲ ਵੀ ਉਹ ਨਿਤ ਈਸ਼ਵਰ ਦਾ ਆਭਾਸ ਪੁਰਖਾਂ ਦੇ ਸ਼ੁੱਧ ਹਿਰਦੇ ਰੂਪੀ ਜਲ ਵਿੱਚ ਕਿਉਂ ਨਹੀਂ ਪੈਂਦਾ? ਜਿਸ ਪ੍ਰਕਾਰ ਤੇ ਆਪੇ ਮੰਤਰ ਬੋਲਣ ਲੱਗ ਜਾਣ। ਜਿਸ ਤਰ੍ਹਾਂ ਮਲਣ ਜਲ ਵਿੱਚ ਵੀ ਭਾਵੇਂ ਸੂਰਜ ਦਾ ਨਿਰਮਲ ਆਭਾਸ ਤਾਂ ਨਹੀਂ ਪੈਂਦਾ, ਪਰੰਤੂ ਫਿਰ ਵੀ ਥੋੜਾ ਬਹੁਤ ਜ਼ਰੂਰ ਦਿਸਦਾ ਹੈ, ਪਰ ਨਿਰਮਲ ਜਲ ਵਿੱਚ ਪੂਰਨ ਤੌਰ ਪਰ ਭਾਸਦਾ ਹੈ। ਸੋ ਇਸੇ ਤਰ੍ਹਾਂ ਜੋ ਲੋਕ ਅੱਜ ਕੱਲ੍ਹ ਮਲਣ ਬੁੱਧ ਵਾਲੇ ਵੀ ਹਨ, ਉਹਨਾਂ ਦੇ ਹਿਰਦਿਆਂ ਵਿੱਚ ਵੀ ਈਸ਼ਵਰ ਦੇ ਗਿਆਨ ਦਾ ਆਭਾਸ ਜ਼ਰੂਰ ਹੋਵੇ, ਪਰੰਤੂ ਭਾਵੇਂ ਉਹ ਅਸ਼ੁੱਧ ਜਿਹੇ ਹੀ ਮੰਤਰ ਬੋਲਣ ਤੇ ਅੱਛੀ ਤਰ੍ਹਾਂ ਨਾ ਬੋਲ ਸਕਣ, ਪਰੰਤੂ ਇਤਨਾ ਜ਼ਰੂਰ ਹੋਵੇ ਕਿ ਬਿਨਾਂ ਪੜ੍ਹਾਏ ਤੇ ਹੀ ਆ ਜਾਣ। ਔਰ ਜੋ ਲੋਕ ਨਿਰਮਲ ਬੁੱਧ ਵਾਲੇ ਹੋਣ, ਜੈਸੇ ਕਿ ਸੁਆਮੀ ਜੀ ਹਨ, ਇਹਨਾਂ ਨੂੰ ਬਿਨਾਂ ਹੀ ਪੜ੍ਹਾਏ ਤੇ ਚਾਰ ਵੇਦ ਆਪੇ ਆਉਣੇ ਯੋਗ ਹਨ, ਕਿਉਂਕਿ ਇਹ ਨਿਯਮ ਹੈ ਕਿ ਜਿੱਥੇ ਸ਼ੁੱਧ ਅੰਤःਕਰਣ ਹੈ, ਉੱਥੇ ਈਸ਼ਵਰ ਦੇ ਗਿਆਨ ਵੇਦ ਦਾ ਪ੍ਰਤੀਬਿੰਬ ਜ਼ਰੂਰ ਪੈਂਦਾ ਹੈ। ਪਰੰਤੂ ਇਹ ਜੋ ਦੇਖਣ ਵਿੱਚ ਨਹੀਂ ਆਉਂਦਾ, ਇਸ ਤੇ ਸਿੱਧ ਹੁੰਦਾ ਹੈ ਕਿ ਵੇਦ ਈਸ਼ਵਰ ਰਚਿਤ ਨਹੀਂ, ਕਿੰਤੂ ਇਹ ਚਾਰਾਂ ਪੁਰਖਾਂ ਦੀ ਬਾਣੀ ਹੈ। ਤਾਂ ਤੇ ਮੈਂ ਇਹਨਾਂ ਵੇਦਾਂ ਨੂੰ ਚਾਰ ਪੁਸਤਕ ਮੰਨਦਾ ਹਾਂ ਜੋ ਮਨੁੱਖਾਂ ਨੇ ਰਚੇ ਹਨ। ਇਸ ਤਰ੍ਹਾਂ ਅੱਜ ਕੱਲ੍ਹ ਦੇ ਆਦਮੀਆਂ ਦੀਆਂ ਰਚੀਆਂ ਹੋਈਆਂ ਪੋਥੀਆਂ ਲੋਕ ਪੜ੍ਹਦੇ ਹਨ ਔਰ ਲਾਭ ਉਠਾਉਂਦੇ ਹਨ। ਇਸੇ ਤਰ੍ਹਾਂ ਉਹਨਾਂ ਚਾਰੇ ਮਨੁੱਖਾਂ ਦੇ ਰਚੇ ਹੋਏ ਚਾਰੇ ਵੇਦਾਂ ਦੇ ਪੁਸਤਕਾਂ ਨੂੰ ਲੋਕ ਪੜ੍ਹਦੇ ਹਨ, ਜਿਸ ਤੇ ਨਾ ਉਹ ਈਸ਼ਵਰ ਨੇ ਬਣਾਏ ਅਤੇ ਨਾ ਇਹ ਗੱਲ ਅਨੁਭਵ ਸਿੱਧ ਹੀ ਹੋ ਸਕਦੀ ਹੈ, ਕਿਉਂਕਿ ਵੇਦ ਦੇ ਮੰਤਰ ਛੰਦਾਂ ਦੇ ਢੰਗ ਪਰ ਹਨ। ਸੋ ਈਸ਼ਵਰ ਅਜਿਹੀ ਛੰਦਾਬੰਦੀ ਕਰਦਾ ਕਦੇ ਵੀ ਅਨੁਭਵ ਨਹੀਂ ਮੰਨਦਾ। ਤਾਂ ਤੇ ਇਹ ਸਭ ਮਨੁੱਖਾਂ ਦੀ ਹੀ ਚਤਰਾਈ ਹੈ। ਦੋਹਰਾ, ਮੇਰੇ ਇਤਨੇ ਕਹਿਣ ਤੇ ਗਏ ਸੰਤ ਘਬਰਾਏ, ਇੱਧਰ ਉੱਧਰ ਝਾਕਦੇ ਉੱਤਰ ਬਣੇ ਨਾ ਕਾਏ। ਓੜਕ ਨੂੰ ਇੱਕ ਹੋਰ ਹੀ ਤੋਰਿਆ ਸਾ ਪ੍ਰਸੰਗ, ਜਿਸ ਤੇ ਮੈਂ ਮਨ ਸਮਝਿਆ ਹੋਏ ਗਏ ਹਨ ਤੰਗ। ਭਾਵ ਸੁਆਮੀ ਜੀ ਦਾ ਚਿੱਤ ਇਸ ਸਮੇਂ ਬਹੁਤ ਹੀ ਘਬਰਾਇਆ ਹੋਇਆ ਸਾ ਔਰ ਕੋਈ ਅੱਛਾ ਉੱਤਰ ਨਹੀਂ ਬਣਦਾ ਸਾ, ਜਿਸ ਪਰ ਇਸ ਬਾਤ ਨੂੰ ਛੱਡ ਕੇ ਹੋਰ ਹੀ ਰਸਤੇ ਪੈ ਗਏ ਔਰ ਉਲਟ ਕੇ ਮੇਰੇ ਪ੍ਰਸ਼ਨ ਪਰ ਪ੍ਰਸ਼ਨ ਚੁੱਕ ਕੀਤਾ ਅਤੇ ਇਸ ਤਰ੍ਹਾਂ ਬੋਲੇ ਕਿ ਜਿਸ ਤਰ੍ਹਾਂ ਤੁਸੀਂ ਵੇਦਾਂ ਨੂੰ ਈਸ਼ਵਰ ਰਚਿਤ ਹੋਣੇ ਪਰ ਤਰਕ ਕਰਦੇ ਹੋ ਔਰ ਆਖਦੇ ਹੋ ਕਿ ਇਹ ਈਸ਼ਵਰ ਰਚਨ ਨਹੀਂ ਹਨ, ਔਰ ਇਸ ਵਿੱਚ ਯੁਕਤੀ ਇਹ ਦਿੰਦੇ ਹੋ ਕਿ ਨਿਰਾਕਾਰ ਹੋਣੇ ਤੇ ਈਸ਼ਵਰ ਇਹਨਾਂ ਨੂੰ ਨਹੀਂ ਬਣਾ ਸਕਦਾ, ਤਾਂ ਤੁਸੀਂ ਇਸੇ ਤਰ੍ਹਾਂ ਜਗਤ ਦਾ ਕਰਤਾ ਵੀ ਈਸ਼ਵਰ ਨੂੰ ਨਹੀਂ ਆਖੋਗੇ, ਕਿਉਂਕਿ ਇਹ ਸਥੂਲ ਪ੍ਰਪੰਚ ਵੀ ਨਿਰਾਕਾਰ ਈਸ਼ਵਰ ਨਹੀਂ ਬਣਾ ਸਕੇਗਾ। ਇਸ ਦਾ ਉੱਤਰ ਮੈਂ ਇਤਨਾ ਹੀ ਦਿੱਤਾ ਕਿ ਪਹਿਲੇ ਜਦ ਇਸ ਦਾ ਫੈਸਲਾ ਹੋ ਜਾਏਗਾ ਤਦ ਤੁਸੀਂ ਜਗਤ ਉਤਪਤੀ ਪਰ ਵੀ ਉੱਤਰ ਪ੍ਰਸ਼ਨ ਕਰ ਲੈਣਾ। ਇਸ ਨੂੰ ਸੁਣ ਕੇ ਬੋਲੇ ਕਿ ਸਾਨੂੰ ਤਾਂ ਇਤਨਾ ਹੀ ਆਉਂਦਾ ਹੈ ਜੋ ਤੁਹਾਨੂੰ ਸੁਣਾ ਦਿੱਤਾ ਹੈ। ਜਿਸ ਪਰ ਮੈਂ ਕਿਹਾ ਕਿ ਜੋ ਆਪਨੇ ਆਖਿਆ ਹੈ ਸੋ ਠੀਕ ਠੀਕ ਉੱਤਰ ਨਹੀਂ ਹੈ। ਇਸ ਪਰ ਕਹਿਣ ਲੱਗੇ ਕਿ ਬਸ ਜੋ ਸਾਨੂੰ ਆਉਂਦਾ ਹੈ ਸੋ ਉੱਤਰ ਦੇ ਦਿੱਤਾ ਹੈ। ਇਤਨੀ ਗੱਲ ਸੁਣ ਕੇ ਪੰਡਿਤ ਅਗਨੀਹੋਤਰੀ, ਜਿਸ ਦਾ ਨਾਮ ਉਸ ਸਮੇਂ ਸ਼ਿਵ ਨਾਰਾਇਣ ਸੀ ਔਰ ਅੱਜ ਕੱਲ੍ਹ ਜਿਸ ਨੂੰ ਲੋਕ ਸਤਿਆਨੰਦ ਅਗਨੀਹੋਤਰੀ ਸੱਦਦੇ ਹਨ, ਖੜੇ ਹੋ ਕੇ ਬੋਲੇ ਕਿ ਸੁਆਮੀ ਜੀ ਨੇ ਇਹਨਾਂ ਦੇ ਕਥਨ ਦਾ ਉੱਤਰ ਨਹੀਂ ਦਿੱਤਾ
ਕੇਵਲ ਟਾਲ ਮਟੋਲ ਕਰ ਰਹੇ ਹਨ, ਜਿਸ ਤੇ ਮੇਰੇ ਵੱਲੋਂ ਹਟ ਕੇ ਉਸ ਨਾਲ ਝਗੜ ਪਏ, ਪਰ ਗੁੱਸੇ ਹੋ ਕੇ ਕਹਿਣ ਲੱਗੇ ਕਿ ਤੈਨੂੰ ਕਿਆ ਖਬਰ ਹੈ ਜੋ ਇਸਨੇ ਕਿਆ ਆਖਿਆ ਹੈ। ਜਿਸ ਪਰ ਉਸਨੇ ਕਿਹਾ ਕਿ ਮੈਂ ਜਾਣਦਾ ਹਾਂ ਜੋ ਇਹਨਾਂ ਨੇ ਕਿਹਾ ਹੈ ਔਰ ਜੋ ਉਸ ਦਾ ਆਪ ਨੇ ਉੱਤਰ ਦਿੱਤਾ ਹੈ, ਕਿੰਤੂ ਉੱਤਰ ਆਪ ਦਾ ਠੀਕ ਨਹੀਂ ਹੈ। ਇਸ ਪਰ ਬਹੁਤ ਗੁੱਸੇ ਹੋ ਗਏ ਔਰ ਉਹਨਾਂ ਨੂੰ ਆਖਣ ਲੱਗੇ ਕਿ ਤੁਸੀਂ ਦੱਸੋ ਜੋ ਇਸਨੇ ਕਿਆ ਕਿਹਾ ਹੈ ਔਰ ਮੈਂ ਉਸ ਦਾ ਉੱਤਰ ਕਿਆ ਦਿੱਤਾ ਹੈ। ਜਦ ਇਹ ਝਗੜਾ ਹੋਰ ਵੀ ਛਿੜ ਪਿਆ ਤਦ ਮੈਂ ਕਿਹਾ ਕਿ ਸੁਆਮੀ ਜੀ ਆਪ ਇਹਨਾਂ ਨਾਲ ਨਾ ਝਗੜੋ, ਕਿਉਂਕਿ ਉੱਤਰ ਪ੍ਰਸ਼ਨ ਤਾਂ ਮੇਰੇ ਔਰ ਆਪ ਦਾ ਹੈ, ਸੋ ਜੋ ਆਪ ਦਾ ਸਿਧਾਂਤ ਹੈ ਸੋ ਮੈਨੂੰ ਆਖੋ। ਜਿਸ ਪਰ ਇਹੋ ਬੋਲੇ ਕਿ ਅਸੀਂ ਤਾਂ ਜੋ ਆਖਣਾ ਸਾ ਸੋ ਆਖ ਦਿੱਤਾ। ਜਿਸ ਪਰ ਮੈਂ ਕਿਹਾ ਕਿ ਆਪ ਕੁਝ ਸਾਬਤ ਨਹੀਂ ਕਰ ਸਕੇ ਔਰ ਮੈਂ ਆਪ ਨੂੰ ਸਾਬਤ ਕਰਕੇ ਦਿਖਾ ਦਿੱਤਾ ਹੈ ਕਿ ਵੇਦ ਮਨੁੱਖਾਂ ਦੇ ਰਚੇ ਹੋਏ ਹਨ। ਇਤਨੇ ਝਗੜੇ ਪਰ ਚਾਰੇ ਪਾਸਿਆਂ ਦੇ ਤਾਲੀਆਂ ਵੱਜ ਪਈਆਂ ਔਰ ਸਭ ਬੋਲ ਉੱਠੇ ਕਿ ਸਾਧੂ ਨੂੰ ਉੱਤਰ ਦੇਣਾ ਨਹੀਂ ਆਇਆ। ਜਿਸ ਪਰ ਸੰਧਿਆ ਪੈ ਗਈ ਔਰ ਸਭ ਖਲਕਤ ਆਪੋ ਆਪਣੇ ਘਰਾਂ ਨੂੰ ਚਲੀ ਗਈ ਅਤੇ ਅਸੀਂ ਵੀ ਵੱਡੇ ਆਨੰਦ ਪੂਰਵਕ ਆਪਣੇ ਮਕਾਨ ਪਰ ਆਏ। ਦੋਹਰਾ ਇਹ ਦੂਜਾ ਹੈ ਮੁਝ ਦਾ ਜੋ ਹੋਇਆ ਪ੍ਰਸੰਗ, ਸੁਣ ਹਾਰੇ ਲੋਕ ਸੇ ਹੋਏ ਮਨ ਵਿੱਚ ਦੰਗ। ਊਆ ਬਾਈ ਕਰ ਗਏ ਤਦੋਂ ਸੰਤ ਜੀ ਆਪ, ਸਤ ਆਖਦਿਆਂ ਮੁਝ ਨੂੰ ਲੱਗੇ ਨਾ ਕੋਈ ਪਾਪ। ਜੋ ਇਸ ਵਿੱਚ ਕੁਝ ਸ਼ੱਕ ਹੈ ਤਾਂ ਚੱਲੇ ਉਸ ਕੇਰ, ਉੱਤਰ ਮੇਰੇ ਕਥਨ ਦਾ ਦੇਵਨ ਹੋਏ ਦਲੇਰ। ਜਿਸ ਤੇ ਸੱਚੀ ਹੋਈ ਜਗ ਇਹ ਲੋਕਾਂ ਦੀ ਗੱਪ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ। ਪਰ ਮੈਂ ਜਾਣਾ ਸਭ ਨੂੰ ਇਹ ਮੈਂ ਨਾਹੀ ਕੋਏ, ਇਨ ਮੈਂ ਨਾਹੀ ਕੋਏ। ਪਰ ਮੈਂ ਜਾਣਾ ਸਭ ਨੂੰ ਇਨ ਮੈਂ ਨਹੀਂ ਕੋਏ, ਮੇਰੇ ਇਸ ਪ੍ਰਸੰਗ ਦਾ ਖੰਡਨ ਕਰ ਹੈ ਜੋਈ। ਤੀਜੀ ਵੇਰ ਪ੍ਰਸ਼ਨੋਤਰ। ਦੋਹਰਾ ਹੁਣ ਤੀਜਾ ਵੀ ਸੁਣ ਲਵੋ ਜੋ ਹੋਇਆ ਬਿਰਤਾਂਤ, ਮੁਕਤ ਪੱਖ ਪਰ ਪੁੱਛਣਾ ਕੀਤੀ ਹੋਏ ਇਕਾਂਤ। ਤੀਸਰੀ ਵੇਰ ਸੁਆਮੀ ਜੀ ਰਾਏ ਮੇਲਾਰਾਮ ਸਾਹਿਬ ਦੇ ਤਲਾਬ ਉੱਪਰ ਉਤਰੇ। ਜਦ ਮੈਨੂੰ ਖਬਰ ਹੋਈ ਕਿ ਉਹ ਹੁਣ ਉਹੀ ਮਹਾਤਮਾ ਫੇਰ ਆਏ ਹਨ ਜਿਸ ਤੇ ਮੈਂ ਉਥੇ ਹੀ ਪੁੱਜਾ, ਪਰੰਤੂ ਉਸ ਵੇਲੇ ਮੈਂ ਇਕੱਲਾ ਹੀ ਸਾਂ। ਜਦ ਮੈਂ ਪੌੜੀਆਂ ਚੜ੍ਹ ਕੇ ਗਿਆ ਤਾਂ ਕਿਆ ਦੇਖਿਆ ਕਿ ਸੁਆਮੀ ਜੀ ਗਲੀਚੇ ਪਰ ਤਕੀਆ ਲਗਾਈ ਬੈਠੇ ਹਨ ਔਰ ਉਹਨਾਂ ਦੇ ਪਾਸ ਇੱਕ ਬਾਬੂ ਬੰਗਾਲੀ ਬੈਠਾ ਹੈ ਔਰ 2-3 ਰੇਲ ਦੇ ਹੋਰ ਪੰਜਾਬੀ ਬਾਬੂ ਹਨ, ਜਿਨ੍ਹਾਂ ਨਾਲ ਕੁਝ ਉੱਤਰ ਪ੍ਰਸ਼ਨ ਕਰ ਰਹੇ ਹਨ, ਪਰ ਉਹ ਸਭ ਸਤ ਬਚਨ ਹੀ ਉਚਰਦੇ ਹਨ ਅਤੇ ਅੱਗੋਂ ਕੁਝ ਉੱਤਰ ਨਹੀਂ ਦਿੰਦੇ। ਮੇਰਾ ਅੱਗੋਂ ਦਾ ਹੀ ਡਰ ਲੱਥਾ ਹੋਇਆ ਸੀ, ਜਿਸ ਤੇ ਨਿਰਭੈ ਹੋ ਕੇ ਜਾ ਬੈਠਾ ਔਰ ਕੇਵਲ ਇਤਨਾ ਹੀ ਪੁੱਛਿਆ ਕਿ ਸੰਤ ਜੀ ਆਪ ਅੱਛੇ ਹੈ। ਜਿਸ ਦਾ ਉੱਤਰ ਉਹਨਾਂ ਨੇ ਇਹ ਦਿੱਤਾ ਕਿ ਆਪ ਵੀ ਆਨੰਦ ਹੈ। 10 ਕੁ ਮਿੰਟ ਮਗਰੋਂ ਮੈंने ਕਿਹਾ ਕਿ ਸੰਤ ਜੀ ਕਾਰਣਵਾਚ ਅਰ ਵੇਦ ਵੇਖਿਆ, ਪਰ ਤਾਂ ਮੇਰਾ ਆਪ ਨਾਲ ਉੱਤਰ ਪ੍ਰਸ਼ਨ ਹੋ ਚੁੱਕਿਆ ਹੈ, ਪਰੰਤੂ ਹੁਣ ਮੁਕਤੀ ਦੇ ਬਾਰੇ ਵਿੱਚ ਪੁੱਛਣਾ ਚਾਹੁੰਦਾ ਹਾਂ ਕਿ ਆਪ ਦਾ ਕਿਆ ਖਿਆਲ ਹੈ। ਦੋਹਰਾ ਸੁਣਦੇ ਹੀ ਇਸ ਗੱਲ ਨੂੰ ਬੋਲੇ ਮਨ ਘਬਰਾਏ, ਜਦ ਤਾਂ ਸਾਨੂੰ ਆਪਣੀ ਉਹ ਵੱਡੀ ਬੁਲਾਏ। ਪੁੱਛ ਲਵੋ ਉਹ ਵੀ ਤੁਸੀਂ, ਪਰ ਮੈਂ ਝਗੜੂ ਨਾਏ, ਆਪਣੇ ਨਿਸ਼ਚੇ ਨੂੰ ਕਰੂੰ ਪ੍ਰਗਟ ਸਭ ਕੇ ਮਾਏ। ਜਿਸ ਪਰ ਮੈਂ ਫਿਰ ਇਹ ਕਹੀ ਕਿਆ ਝਗੜੇ ਕੀ ਬਾਤ, ਉੱਤਰ ਪ੍ਰਸ਼ਨ ਸਦਾ ਤੇ ਬਿਨ ਬਾਤਨ ਪਰਿਆਤ। ਭਾਵ ਜਦ ਮੈਂ ਮੁਕਤੀ ਦੇ ਪ੍ਰਸੰਗ ਪਰ ਪੁੱਛਣਾ ਚਾਹਿਆ ਤਦ ਇਸ ਤਰ੍ਹਾਂ ਅੱਗ ਦੀ ਡਰੀ ਟਟਿਆਣੇ ਤੇ ਡਰਦੀ ਹੈ, ਜਿਸ ਤਰ੍ਹਾਂ ਅੱਗ ਦੀ ਡਰੀ ਟਟਿਆਣੇ ਤੇ ਡਰਦੀ ਹੈ, ਇਸੇ ਤਰ੍ਹਾਂ ਡਾਕਟਰ ਰਹੀਮ ਖਾਂ ਦੀ ਕੋਠੀ ਤੇ ਡਰੇ ਹੋਏ ਸੁਆਮੀ ਜੀ ਆਖਣ ਲੱਗੇ ਕਿ ਤੁਹਾਡੇ ਨਾਲ ਝਗੜਾ ਨਹੀਂ ਕਰਾਂਗਾ, ਪਰ ਆਪਣਾ ਨਿਸ਼ਚਾ ਦੱਸਾਂਗਾ ਕਿ ਮੁਕਤੀ ਦੇ ਵਿਖਿਆ ਵਿੱਚ ਕਿਆ ਹੈ। ਜਿਸ ਦਾ ਉੱਤਰ ਮੈਂ ਇਤਨਾ ਹੀ ਦਿੱਤਾ ਕਿ ਝਗੜੇ ਦੀ ਕੋਈ ਬਾਤ ਨਹੀਂ ਹੈ, ਕਿੰਤੂ ਇਹਨਾਂ ਪ੍ਰਸੰਗਾਂ ਪਰ ਸਦਾ ਤੇ ਉੱਤਰ ਪ੍ਰਸ਼ਨ ਹੁੰਦੇ ਚਲੇ ਆਏ ਹਨ।
ਸੋ ਮੈਂ ਕੋਈ ਨਵੀਂ ਬਾਤ ਨਹੀਂ ਪੁੱਛਦਾ, ਪਰੰਤੂ ਮੈਂ ਆਪ ਦੇ ਨਿਸ਼ਚੇ ਵਿੱਚ ਜਿੱਥੇ ਆਪਣੀ ਬੁੱਧ ਅਨੁਸਾਰ ਸੰਸਾ ਪਾਵਾਂਗਾ ਉਥੇ ਜ਼ਰੂਰ ਪੁੱਛਾਂਗਾ ਕਿ ਇਹ ਕਿਸ ਤਰ੍ਹਾਂ ਹੈ। ਦੋਹਰਾ ਇਤਨੀ ਸੁਣ ਕੇ ਬਾਤ ਨੂੰ ਮੰਨ ਗਏ ਮੁਰਝਾਏ, ਆਖਣ ਜੋ ਕੁਛ ਮੁਝ ਨੂੰ ਆਵੇ ਦਊ ਸੁਣਾਏ। ਇਸ ਤੋਂ ਅੱਗੇ ਮੈਂ ਕਿਹਾ, ਤੁਮਰੇ ਮਤ ਮੈਂ ਮੋਖ, ਕਹੋ ਕੌਣ ਵਿਦ ਹੈ ਲਿਖੀ, ਜੋ ਸਮਝੋ ਨਿਰਦੋਖ। ਭਾਵ ਜਦ ਉਹਨਾਂ ਨੇ ਆਗਿਆ ਦੇ ਦਿੱਤੀ ਤਦ ਮੈਂ ਪੁੱਛਿਆ ਕਿ ਸੁਆਮੀ ਜੀ, ਆਪਦੇ ਮਤ ਵਿੱਚ ਮੁਕਤੀ ਦਾ ਕਿਆ ਸਰੂਪ ਹੈ ਅਤੇ ਉਸ ਦਾ ਲੱਖਣ ਕਿਆ ਹੈ। ਸੁਆਮੀ ਜੀ ਨੇ ਉੱਤਰ ਦਿੱਤਾ ਕਿ ਮੁਕਤੀ ਦਾ ਅਰਥ ਛੁੱਟ ਜਾਣਾ ਹੈ। ਇਸ ਪਰ ਮੈਂ ਕਿਹਾ ਕਿ ਇਹ ਤਾਂ ਮੁਕਤੀ ਪਦ ਦਾ ਅਰਥ ਹੈ, ਪਰੰਤੂ ਮੇਰਾ ਤਾਤਪਰਜ ਪੁੱਛਣ ਦਾ ਇਹ ਹੈ ਕਿ ਛੁੱਟਣਾ ਕਿਆ ਵਸਤੂ ਹੈ ਅਤੇ ਕਿੰਨਾ ਬਾਤਾਂ ਦੇ ਛੁੱਟਣਾ ਹੈ। ਇਸ ਦਾ ਉੱਤਰ ਸੁਆਮੀ ਜੀ ਨੇ ਇਹ ਦਿੱਤਾ ਕਿ ਛੁੱਟਣ ਵਾਲੀ ਵਸਤੂ ਜੀਵ ਆਤਮਾ ਹੈ ਔਰ ਛੁੱਟਣਾ ਦੇਹ ਵਿੱਚੋਂ ਹੈ, ਜਿਸ ਤੇ ਜੀਵ ਦੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਇਸ ਪਰ ਮੈਂ ਇਹ ਆਖਿਆ ਕਿ ਜੀਵ ਕਿਸ ਨੂੰ ਆਖਦੇ ਹਨ ਅਤੇ ਕਿਆ ਸਰੀਰ ਦੇ ਤਿਆਗ ਦਾ ਨਾਮ ਹੀ ਮੁਕਤੀ ਹੈ। ਕਿੰਤੂ ਜਿਹੋ ਆਪ ਦਾ ਮਤ ਹੈ ਤਾਂ ਇਹ ਚਾਰ ਵਾਕ ਮਤ ਵਾਲੇ ਵੀ ਮੰਨਦੇ ਹਨ ਕਿ ਮਰ ਗਿਆ ਤਾਂ ਮੁਕਤੀ ਪਾ ਲਈ। ਫਿਰ ਆਪ ਅਤੇ ਚਾਰ ਵਾਕ ਮਤ ਵਿੱਚ ਕਿਆ ਭੇਦ ਹੈ। ਇਸ ਕਥਨ ਪਰ ਸੋਚਣ ਲੱਗੇ ਔਰ 4-5 ਮਿੰਟ ਮਗਰੋਂ ਬੋਲੇ ਕਿ ਜੀਵ ਉਸ ਸੂਖਮ ਦੇ ਚੇਤਨ ਵਸਤੂ ਦਾ ਨਾਮ ਹੈ ਜੋ ਇਸ ਦੇਹੀ ਦੀ ਅਭਿਮਾਨੀ ਹੈ ਔਰ ਚਾਰ ਵਾਕ ਮਤ ਵਾਲੇ ਨਾਸਤਿਕ ਹਨ, ਕਿਉਂਕਿ ਉਹ ਵੇਦ ਨੂੰ ਨਹੀਂ ਮੰਨਦੇ। ਫਿਰ ਮੈਂ ਪੁੱਛਿਆ, ਜਦ ਜੀਵ ਇਸ ਦੇਹ ਨੂੰ ਤਿਆਗ ਦਿੰਦਾ ਹੈ ਤਦ ਇਸ ਦੇ ਅਭਿਮਾਨ ਤੇ ਰਹਿਤ ਹੋ ਕੇ ਫਿਰ ਕਿਆ ਰੂਪ ਰੱਖਦਾ ਹੈ ਔਰ ਕਿੱਥੇ ਰਹਿੰਦਾ ਹੈ। ਦੂਜਾ, ਇਸੇ ਤਰ੍ਹਾਂ ਜੋ ਚਾਰ ਵਾਕ ਨਾਸਤਿਕ ਹੋ ਕੇ ਮਰਨ ਨੂੰ ਮੁਕਤੀ ਆਖਦੇ ਹਨ, ਸੋਈ ਆਪ ਵੇਦ ਦੇ ਮੰਨਣੇ ਵਾਲੇ ਆਸਤਿਕ ਮੰਨਦੇ ਹੋ। ਫਿਰ ਆਪ ਔਰ ਉਹਨਾਂ ਵਿੱਚ ਕਿਆ ਭੇਦ ਹੈ, ਕਿਉਂਕਿ ਮੁਕਤੀ ਪੱਖ ਤਾਂ ਦੋਨਾਂ ਦਾ ਇਕੱਠਾ ਹੀ ਹੈ। ਇਸ ਦਾ ਉੱਤਰ ਆਪ ਨੇ ਇਹ ਦਿੱਤਾ ਕਿ ਜੀਵ ਦਾ ਸਰੂਪ ਉਹ ਰਹਿੰਦਾ ਹੈ ਜੋ ਦੇਹ ਵਿੱਚ ਸਾ, ਪਰੰਤੂ ਸੁਤੰਤਰ ਹੁੰਦਾ ਹੈ। ਇਸ ਵਾਸਤੇ ਇਸ ਜਗ੍ਹਾ ਇੱਛਾ ਹੁੰਦੀ ਹੈ ਉੱਥੇ ਰਹਿੰਦਾ ਹੈ। ਸੋ ਇਸ ਵਾਸਤੇ ਜਿਸ ਜਗ੍ਹਾ ਇੱਛਾ ਹੁੰਦੀ ਹੈ ਉੱਥੇ ਰਹਿੰਦਾ ਹੈ। ਚਾਰ ਵਾਕ ਜੀਵ ਦਾ ਨਾਸ ਮੰਨਦੇ ਹਨ, ਪਰੰਤੂ ਅਸੀਂ ਨਹੀਂ ਮੰਨਦੇ। ਇਹੋ ਸਾਡੇ ਵਿੱਚ ਔਰ ਉਹਨਾਂ ਵਿੱਚ ਭੇਦ ਹੈ। ਇਸ ਪਰ ਮੈਂ ਕਿਹਾ ਕਿ ਜੇ ਉਹ ਜੀਵ ਦੇਹ ਤਿਆਗ ਕੇ ਵੀ ਉਸੇ ਤਰ੍ਹਾਂ ਰਹਿੰਦਾ ਹੈ ਤਾਂ ਉਸ ਨੂੰ ਆਪਣਾ ਪਤਾ ਹੁੰਦਾ ਹੈ ਕਿ ਨਹੀਂ, ਔਰ ਇਹ ਜਾਣ ਸਕਦਾ ਹੈ ਕਿ ਨਹੀਂ ਜੋ ਮੈਂ ਫਲਾਣਾ ਜੀਵ ਹਾਂ। ਇਸੇ ਪ੍ਰਕਾਰ ਚਾਰ ਵਾਕ ਵੀ ਜੀਵ ਦਾ ਨਾਸ਼ ਨਹੀਂ ਮੰਨਦੇ, ਕਿੰਤੂ ਉਹ ਜੀਵ ਦਾ ਪਰਾਦਰ ਭਾਵ ਤੱਤਾਂ ਵਿੱਚ ਮੰਨਦੇ ਹਨ ਔਰ ਉਹ ਇਹ ਆਖਦੇ ਹਨ ਕਿ ਜੀਵ ਇੱਕ ਪ੍ਰਕਾਰ ਦੀ ਚੇਤਨ ਸੱਤਾ ਹੈ ਜੋ ਤੱਤਾਂ ਦੇ ਮਿਲਾਪ ਨਾਲ ਉਤਪਤ ਹੋ ਜਾਂਦੀ ਹੈ। ਜਿਸ ਤਰ੍ਹਾਂ ਚੂਨਾ ਕੱਥਾ ਪਾਨ ਮਿਲਾਉਣੇ ਤੇ ਲਾਲ ਰੰਗ ਉਤਪਤ ਹੋ ਜਾਂਦਾ ਹੈ, ਸੋ ਇਸ ਤੇ ਇਹ ਪਾਇਆ ਜਾਂਦਾ ਹੈ ਕਿ ਉਹ ਜੀਵ ਦਾ ਪਰਾਦੁਰਭਾਵ ਤੱਤਾਂ ਵਿੱਚ ਮੰਨਦੇ ਹਨ ਔਰ ਇਹਨਾਂ ਦੇ ਵਿਯੋਗ ਤੇ ਉਸ ਦਾ ਲਏ ਮੰਨਦੇ ਹਨ। ਪਰੰਤੂ ਨਾਸ਼ ਇੱਕ ਹੋਰ ਪਦਾਰਥ ਹੈ ਜੋ ਵਸਤੂ ਦੀ ਅਸਲੀਅਤ ਨੂੰ ਹੀ ਦੂਰ ਕਰ ਦਿੰਦਾ ਹੈ। ਸੋ ਇਹ ਚਾਰ ਵਾਕ ਦਾ ਤਾਤਪਰਜ ਨਹੀਂ ਹੈ। ਸੁਆਮੀ ਜੀ ਨੇ ਆਖਿਆ ਕਿ ਤੁਹਾਡੇ ਪਹਿਲੇ ਪ੍ਰਸ਼ਨ ਦਾ ਉੱਤਰ ਤਾਂ ਇਤਨਾ ਹੀ ਹੈ ਕਿ ਉਸ ਜੀਵ ਆਤਮਾ ਨੂੰ ਗਿਆਨ ਰਹਿੰਦਾ ਹੈ, ਕਿਉਂਕਿ ਗਿਆਨ ਚੇਤਨ ਜੀਵ ਆਤਮਾ ਦਾ ਧਰਮ ਹੈ। ਇਸ ਵਾਸਤੇ ਜੜ ਦੇਹ ਦੇ ਤਿਆਗ ਮਗਰੋਂ ਉਹ ਚੇਤਨ ਗਿਆਨ ਸਰੂਪ ਹੈ। ਦੂਸਰੇ ਪ੍ਰਸ਼ਨ ਦਾ ਇਹ ਉੱਤਰ ਹੈ ਕਿ ਸਾਡਾ ਤਾਤਪਰਜ ਚਾਰ ਵਾਕ ਮਤ ਵਿੱਚ ਜੀਵਾਂ ਦਾ ਨਾਸ਼ ਮੰਨਣ ਤੇ ਉਸ ਦਾ ਅਭਾਵ ਅੰਗੀਕਾਰ ਹੈ। ਸੋ ਅਭਾਵ ਚਾਰ ਪ੍ਰਕਾਰ ਦਾ ਹੁੰਦਾ ਹੈ। ਪ੍ਰਾਗਾ ਭਾਵ, ਪ੍ਰਧੁਸਾ ਭਾਵ, ਅਨਿਓ ਅਨਨਯ ਭਾਵ ਅਤੇ
ਅਤਿਅੰਤਾ ਭਾਵ। ਸੋ ਚਾਰ ਵਾਕ ਵੀ ਇਹਨਾਂ ਵਿੱਚ ਹੀ ਜੀਵ ਦਾ ਭਾਵ ਮੰਨਦੇ ਹਨ। ਸੋ ਅਭਾਵ ਵੀ ਇੱਕ ਪ੍ਰਕਾਰ ਦਾ ਨਾਸ਼ ਸਮਝਿਆ ਜਾਂਦਾ ਹੈ, ਜਿਸ ਨੂੰ ਸੁਣ ਕੇ ਮੈਂ ਇਹ ਆਖਿਆ, ਦੋਹਰਾ ਚੇਤਨ ਹੇਤੂ ਗਿਆਨ ਦਾ ਨਹੀਂ ਸਰਬ ਦਾ ਸਤ, ਸੁਖ ਤਪ ਮੈਂ न ਜਾਣਦਾ ਆਪਣੇ ਘਰ ਕੀ ਗਤ। ਸੋ ਇਸ ਭਾਗ ਲਈ ਇਹਨਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ